ਦੋਸਤੋ ਕਦੇ ਸਮਾਂ ਸੀ ਜਦੋਂ ਮੈਂ ਇੱਕ ਸਧਾਰਨ ਜੀ ਜੌਬ ਕਰਦਾ ਸੀ ਤੇ ਮੇਰੀ ਇੱਕ ਲਿਮਟਿਡ ਜੀ ਸੈਲਰੀ ਸੀ। ਉਹ ਸੈਲਰੀ ਦੇ ਵਿੱਚ ਨਾ ਮੇਰੇ ਖਰਚੇ ਪੂਰੇ ਹੁੰਦੇ ਸੀ, ਨਾ ਮੈਂ ਆਪਣੀ ਫੈਮਿਲੀ ਲਈ ਕੁਝ ਕਰ ਪਾ ਰਿਹਾ ਸੀ, ਨਾ ਮੇਰੀ ਜੇਬ 'ਚ ਕੋਈ ਪੈਸੇ ਬਚਦੇ ਸੀ ਤੇ ਨਾ ਮੈਂ ਆਪਣੇ ਕੋਈ ਸ਼ੌਂਕ ਪੂਰੇ ਕਰ ਰਿਹਾ ਸੀ। ਸਮਾਂ ਬੀਤਦਾ ਜਾ ਰਿਹਾ ਸੀ, ਮੈਂ ਉਸੇ ਹੀ ਜੌਬ ਦੇ ਵਿੱਚ ਫਸਿਆ ਹੋਇਆ ਸੀ। ਸਮਾਂ ਲੰਘਦਾ ਜਾ ਰਿਹਾ ਸੀ, ਮੈਂ ਆਪਣੇ ਆਪ ਨੂੰ ਬਹੁਤ ਸਟਕ ਤੇ ਫਸਿਆ ਹੋਇਆ ਮਹਿਸੂਸ ਕਰ ਰਿਹਾ ਸੀ। ਫਿਰ ਅਚਾਨਕ ਕੁਝ ਅਜਿਹਾ ਹੁੰਦਾ ਮੇਰੀ ਲਾਈਫ ਦੇ ਵਿੱਚ ਜਿਹਦੇ ਨਾਲ ਮੇਰੀ ਪੂਰੀ ਲਾਈਫ ਹੀ ਚੇਂਜ ਹੋ ਜਾਂਦੀ ਹੈ ਤੇ ਇਸ ਚੇਂਜ ਦੇ ਸਦਕਾ ਅੱਜ ਮੇਰੇ ਕੋਲੇ 3 ਆਡੀ 2 BMW ਤੇ ਵੱਡੇ 2 ਬੰਗਲੇ ਨੇ। ਮੈਂ ਆਪਣੇ ਪ੍ਰਾਈਵੇਟ ਜੈਟ 'ਚ ਟਰੈਵਲ ਕਰਦਾ ਤੇ ਆਪਣੀ ਫੈਮਿਲੀ ਨੂੰ ਵੀ 2 ਰੇਂਜ ਰੋਵਰ ਲੈ ਕੇ ਦਿੱਤੇ ਹੋਏ ਨੇ। ਇਹ ਸਾਰਾ ਕੁਝ ਹੋਇਆ ਮੈਨੂੰ ਜਦੋਂ ਰੈਫਰਲ ਮਾਰਕੀਟਿੰਗ ਦਾ ਪਤਾ ਲੱਗਿਆ। ਮੈਂ ਥੋੜੇ ਜਿਹੇ ਪੈਸੇ ਇਨਵੈਸਟ ਕਰਕੇ ਕੁਝ ਪ੍ਰੋਡਕਟ ਬਾਏ ਕੀਤੇ, ਮੈਂ ਉਹ ਅਗਲੇ ਲੋਕਾਂ ਨੂੰ ਵੇਚੇ, ਫਿਰ ਉਹਨਾਂ ਨੇ ਉਸ ਤੋਂ ਅੱਗੇ ਵੇਚੇ ਤੇ ਇੱਕ ਚੇਨ ਬਣਦੀ ਗਈ ਤੇ ਜਿਹਦੇ ਵਿੱਚ ਤੁਹਾਨੂੰ ਇੱਕ ਰੈਫਰਲ ਬੋਨਸ ਮਿਲਦਾ ਜਾਂਦਾ ਤੇ ਤੁਸੀਂ ਆਟੋਮੈਟਿਕ ਘਰ ਬੈਠੇ ਬਿਨਾਂ ਕੋਈ ਕੰਮ ਕੀਤੇ ਪੈਸਾ ਕਮਾ ਸਕਦੇ ਹੋ। ਜੇ ਤੁਸੀਂ ਵੀ ਇੱਕ ਸਧਾਰਨ ਜ਼ਿੰਦਗੀ ਜੀ ਰਹੇ ਹੋ ਤੇ ਇੱਕ ਲਗਜ਼ਰੀ ਲਾਈਫ ਦੇਸ਼ ਵਿਦੇਸ਼ ਘੁੰਮਣਾ ਚਾਹੁੰਦੇ ਹੋ, ਇੱਕ ਪੈਸੇ ਦੀ ਅਮੀਰੀ ਦੇ ਵਿੱਚ ਜਿਉਣਾ ਚਾਹੁੰਦੇ ਹੋ ਤਾਂ ਅੱਜ ਹੀ ਸਾਡੇ ਨਾਲ ਜੁੜੋ। ਦੋਸਤੋ ਕਿਵੇਂ ਲੱਗਿਆ ਇਹ ਝੂਠ? ਇਦਾਂ ਹੀ ਝੂਠ ਬੋਲ ਕੇ ਤੁਹਾਨੂੰ ਮਲਟੀ ਲੈਵਲ ਮਾਰਕੀਟਿੰਗ ਵਾਲੀਆਂ ਕੰਪਨੀਆਂ ਜੋ ਹੈ ਫਸਾਉਂਦੀਆਂ। ਇਹਨੂੰ ਆਪਾਂ ਮਲਟੀ ਲੈਵਲ ਮਾਰਕੀਟਿੰਗ ਵੀ ਕਹਿ ਸਕਦੇ ਹਾਂ, ਰੈਫਰਲ ਮਾਰਕੀਟਿੰਗ ਵੀ ਕਹਿ ਸਕਦੇ ਹਾਂ ਜਾਂ ਨੈਟਵਰਕ ਮਾਰਕੀਟਿੰਗ ਵੀ ਕਹਿੰਦੇ ਆ, ਜਿਹਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਕਿ ਤੁਸੀਂ ਇੱਕ ਵਾਰ ਥੋੜੇ ਜਿਹੇ ਪੈਸੇ ਲਗਾ ਕੇ ਕੁਝ ਪ੍ਰੋਡਕਟ ਬਾਏ ਕਰਨੇ ਆ, ਫਿਰ ਉਹ ਪ੍ਰੋਡਕਟ ਖਰੀਦ ਕੇ ਤੁਸੀਂ ਅੱਗੇ 3 ਲੋਕਾਂ ਨੂੰ ਵੇਚਣੇ ਆ ਜਾਂ 3 ਲੋਕਾਂ ਨੂੰ ਉਸ ਕੰਪਨੀ ਦੇ ਨਾਲ ਜੋੜਨਾ ਹੈ। ਉਹ 3 ਲੋਕ ਅੱਗੇ ਹੋਰ 3 ਲੋਕਾਂ ਨੂੰ ਜੋੜਨਗੇ, ਜਿਨ੍ਹਾਂ ਨੇ ਅੱਗੇ ਫਿਰ ਇਸੇ ਤਰ੍ਹਾਂ ਇੱਕ ਨੈਟਵਰਕ ਜਾਂ ਚੇਨ ਬਣਾਉਂਦੇ ਜਾਣਾ ਹੈ ਤੇ ਉਹ ਜਿੰਨੇ ਲੋਕ ਅੱਗੇ ਦੀ ਅੱਗੇ ਜੁੜਦੇ ਜਾਣਗੇ ਉਹਨਾਂ ਦਾ ਬੋਨਸ ਜਾਂ ਉਹਨਾਂ ਦੇ ਵਿੱਚੋਂ ਕੁਝ ਕਮਿਸ਼ਨ ਹੈ, ਕੁਝ ਪਰਸੈਂਟੇਜ ਜਿਹੜਾ ਮਨੀ ਦਾ ਉਹ ਤੁਹਾਨੂੰ ਮਿਲਦਾ ਰਹੇਗਾ, ਜਿਹਦੇ ਨਾਲ ਕਿ ਤੁਸੀਂ ਆਟੋਮੈਟਿਕਲੀ ਸਿਰਫ 3 ਲੋਕਾਂ ਨੂੰ ਜੋੜ ਕੇ ਉਸ ਤੋਂ ਬਾਅਦ ਬਿਨਾਂ ਕੋਈ ਕੰਮ ਕੀਤੇ, ਬਿਨਾਂ ਕੋਈ ਹੱਥ ਹਿਲਾਏ ਆਟੋਮੈਟਿਕ ਅਮੀਰ ਬਣਦੇ ਜਾਓਗੇ। ਇਹ ਕੰਪਾਊਂਡ ਹੁੰਦਾ ਜਾਏਗਾ। ਅੱਗੇ ਦੀ ਅੱਗੇ ਜਿੰਨੇ ਲੋਕ ਜੁੜਦੇ ਜਾਣਗੇ ਤੁਹਾਨੂੰ ਪੈਸਾ ਉਹਨਾਂ ਦਾ ਉਹਨਾਂ ਅੱਗੇ ਵੱਧਦਾ ਜਾਏਗਾ। ਕੋਈ ਆਮ ਕੰਪਨੀ 3 ਲੈਵਲ ਤੇ ਕੰਮ ਕਰਦੀ ਹੈ। ਪਹਿਲਾ ਮੈਨੂਫੈਕਚਰ, ਯਾਨੀ ਕਿ ਉਹ ਕੋਈ ਪ੍ਰੋਡਕਟ ਬਣਾਉਂਦੀ ਹੈ ਜੋ ਕੋਈ ਲੋਕਾਂ ਦੀ ਕੋਈ ਪ੍ਰੋਬਲਮ ਸੋਲਵ ਕਰੇਗਾ ਜਾਂ ਉਹਨਾਂ ਦੀ ਕੋਈ ਹੈਲਪ ਕਰੇਗਾ। ਦੂਸਰਾ ਲੈਵਲ ਹੁੰਦਾ ਇਹਨਾਂ ਦਾ ਮਾਰਕੀਟਿੰਗ ਜਾਂ ਡਿਸਟ੍ਰੀਬਿਊਟਰਸ। ਉਹ ਕੋਈ ਐਸੇ ਦੁਕਾਨਦਾਰ ਜਾਂ ਹੋਲਸੇਲਰ ਲੱਭਦੇ ਆ ਜੋ ਉਸ ਪ੍ਰੋਡਕਟ ਨੂੰ ਜਿਹੜਾ ਲੋਕਾਂ ਤੱਕ ਲੈ ਕੇ ਜਾਂਦਾ ਹੈ। ਇਸ ਪਾਰਟ ਦੇ ਵਿੱਚ ਉਹਨਾਂ ਦੀ ਮਾਰਕੀਟਿੰਗ ਆ ਜਾਂਦੀ ਆ, ਐਡਵਰਟਾਈਜ਼ਮੈਂਟ ਆ ਜਾਂਦੀ ਹੈ ਤੇ ਆਪਣੇ ਪ੍ਰੋਡਕਟ ਦਾ ਸ਼ੋਅ ਆਫ ਆ ਜਾਂਦਾ ਹੈ। ਤੀਸਰਾ ਲੈਵਲ ਹੁੰਦਾ ਕੰਜ਼ਿਊਮਰ, ਜੋ ਉਹਨਾਂ ਦੇ ਪ੍ਰੋਡਕਟ ਨੂੰ ਖਰੀਦੇਗਾ ਤੇ ਜਿਹਦੇ ਵਿੱਚੋਂ ਜਿਹੜਾ ਪ੍ਰੋਫਿਟ ਜਾਂ ਬੈਨੀਫਿਟ ਆ ਉਹ ਕੰਪਨੀ ਨੂੰ ਮਿਲੇਗਾ। ਇਸ ਤਰ੍ਹਾਂ ਕੰਪਨੀਆਂ ਜਿਹੜੀਆਂ ਕੋਈ ਪ੍ਰੋਡਕਟ ਬਣਾ ਕੇ ਵੇਚਦੀਆਂ ਤੇ ਉਹਦੇ ਵਿੱਚੋਂ ਪੈਸਾ ਕਮਾਉਂਦੀਆਂ। ਇਹ ਹੋ ਗਈ ਨਾਰਮਲ ਆਮ ਕੰਪਨੀਆਂ ਦੀ ਗੱਲ। ਹੁਣ ਆਪਾਂ ਗੱਲ ਕਰਦੇ ਹਾਂ MLM, ਜਿਹਨੂੰ ਮਲਟੀ ਲੈਵਲ ਮਾਰਕੀਟਿੰਗ ਜਾਂ ਰੈਫਰਲ ਮਾਰਕੀਟਿੰਗ ਜਾਂ ਨੈਟਵਰਕ ਮਾਰਕੀਟਿੰਗ ਵੀ ਕਿਹਾ ਜਾਂਦਾ ਹੈ। ਇਹ ਕਿਵੇਂ ਕੰਮ ਕਰਦੀ ਹੈ? ਇਹਦੇ ਵਿੱਚ ਤੁਹਾਨੂੰ ਝਾਂਸਾ ਦਿੱਤਾ ਜਾਂਦਾ। ਇਹ ਸਭ ਤੋਂ ਪਹਿਲਾਂ ਟਾਰਗੇਟ ਕਰਦੇ ਆ ਕੋਈ ਬੇਰੋਜ਼ਗਾਰ ਨੌਜਵਾਨਾਂ ਨੂੰ ਜੋ ਆਪਣੇ ਘਰਾਂ 'ਚ ਬੈਠੇ ਨੇ, ਪੈਸਾ ਕਮਾਉਣਾ ਚਾਹੁੰਦੇ ਨੇ, ਜਿਨ੍ਹਾਂ ਦੇ ਵਿੱਚ એનર્ਜੀ ਉਹ ਕੁਝ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਉਹ ਸਭ ਤੋਂ ਵਲਨਰੇਬਲ ਟਾਰਗੇਟ ਇਹਨਾਂ ਦਾ ਰਹਿੰਦੇ ਨੇ। ਇਸ ਤੋਂ ਇਲਾਵਾ ਘਰਾਂ ਦੇ ਵਿੱਚ ਬੈਠੀਆਂ ਹੋਏ ਔਰਤਾਂ ਨੂੰ ਵੀ ਟਾਰਗੇਟ ਕਰਦੇ ਆ, ਕਿਉਂਕਿ ਉਹ ਹਰ ਕੋਈ ਪੈਸਾ ਕਮਾਉਣਾ ਚਾਹੁੰਦਾ, ਹਰ ਕੋਈ ਚਾਹੁੰਦਾ ਹੈ ਕਿ ਉਹ ਘਰ ਬੈਠ ਕੇ ਆਪਣਾ ਪੈਸਾ ਕਮਾ ਸਕੇ। ਤਾਂ ਇਹ ਤੁਹਾਨੂੰ ਕਹਿਣਗੇ ਤੁਸੀਂ ਆਓ ਸਾਡੀ ਕੰਪਨੀ ਨਾਲ ਜੁੜੋ, ਤੁਸੀਂ ਥੋੜੇ ਜਿਹੇ ਪੈਸੇ ਦੇ ਕੇ ਸਾਡੇ ਪ੍ਰੋਡਕਟ ਖਰੀਦੋ, ਤੁਸੀਂ ਸਿਰਫ ਇੰਨਾ ਕਰਨਾ, ਅੱਗੇ 3 ਜਾਂ 6 ਲੋਕਾਂ ਨੂੰ ਇਹ ਪ੍ਰੋਡਕਟ ਵੇਚਣੇ ਆ ਤੇ ਉਹਨਾਂ ਨੂੰ ਆਪਣੀ ਕੰਪਨੀ ਦੇ ਡਿਸਟ੍ਰੀਬਿਊਟਰ ਬਣਾ ਲੈਣਾ। ਉਹਨਾਂ ਡਿਸਟ੍ਰੀਬਿਊਟਰ ਨੇ ਅੱਗੇ ਤੁਹਾਡੀ ਤਰ੍ਹਾਂ ਹੀ 3 ਜਾਂ 6 ਲੋਕ ਅੱਗੇ ਜੋੜਦੇ ਜਾਣਾ, ਜਿਹਦੇ ਨਾਲ ਕਿ ਅੱਗੇ ਦੀ ਅੱਗੇ ਡਿਸਟ੍ਰੀਬਿਊਟਰਸ ਹੈ ਜਿਹੜੇ ਉਹ ਆਪਣੀ ਕੰਪਨੀ ਨਾਲ ਜੁੜਦੇ ਜਾਣਗੇ। ਤੁਸੀਂ ਸਿਰਫ 3 ਲੋਕਾਂ ਨੂੰ ਜੋੜਨਾ ਤੇ ਅੱਗੇ ਜਿੰਨੇ ਵੀ ਉਹ ਲੋਕਾਂ ਨੂੰ ਜੋੜਨਗੇ ਉਹ ਪ੍ਰੋਡਕਟ ਅੱਗੇ ਜਿਵੇਂ ਕੰਪਨੀ ਦੇ ਪ੍ਰੋਡਕਟਸ ਵਿਕਦੇ ਜਾਣਗੇ ਉਹਨਾਂ ਚੋਂ ਸਰਟਨ ਅਮਾਉਂਟ ਆਫ ਮਨੀ ਜਾਂ ਕੁਝ ਪਰਸੈਂਟ ਕਮਿਸ਼ਨ ਜਿਹੜਾ ਉਹ ਤੁਹਾਨੂੰ ਮਿਲਦਾ ਰਹੇਗਾ। ਉਸ ਤੋਂ ਬਾਅਦ ਤੁਸੀਂ ਆਟੋਮੈਟਿਕ ਹੀ ਅਮੀਰ ਹੁੰਦੇ ਜਾਓਗੇ। ਇਹ ਤੁਹਾਨੂੰ ਘਰਾਂ ਦੇ ਵਿੱਚ ਟਾਰਗੇਟ ਕਰਕੇ ਤੁਹਾਨੂੰ ਲਗਜ਼ਰੀ ਲਾਈਫ ਦੇ ਸੁਪਨੇ ਦਿਖਾਉਣਗੇ, ਤੁਹਾਨੂੰ ਦੇਸ਼ ਵਿਦੇਸ਼ ਘੁੰਮਣ ਦੇ ਸੁਪਨੇ ਦਿਖਾਉਣਗੇ, ਕੁਝ ਮਹਿੰਗੀਆਂ ਗੱਡੀਆਂ ਤੇ ਬੰਗਲੋ ਜਾਂ ਘਰ ਦਿਖਾਉਣਗੇ ਕਿ ਤੁਸੀਂ ਵੀ ਇਸ ਤਰ੍ਹਾਂ ਦੀ ਲਾਈਫ ਜੀ ਸਕਦੇ ਹੋ। ਤੇ ਕੋਈ ਵੀ ਆਮ ਇਨਸਾਨ ਜੋ ਆਪਣੀ ਲਾਈਫ 'ਚ ਕੁਝ ਕਰਨਾ ਚਾਹੁੰਦਾ, ਕਿਉਂਕਿ ਸਭ ਦੀ ਸਟੋਰੀ ਇਹ ਆ, ਹਰ ਕੋਈ ਪੈਸਾ ਕਮਾਉਣਾ ਚਾਹੁੰਦਾ, ਹਰ ਕੋਈ ਆਪਣੀ ਲਾਈਫ 'ਚ ਕੁਝ ਕਰਨਾ ਚਾਹੁੰਦਾ, ਤਾਂ ਇਸ ਤਰ੍ਹਾਂ ਲੋਕ ਇਹਨਾਂ ਨਾਲ ਬੜੀ ਆਸਾਨੀ ਨਾਲ ਫਸ ਜਾਂਦੇ। ਹੁਣ ਇਹਦੇ 'ਚ ਧੋਖਾਧੜੀ ਕੀ ਹੈ? ਇਨਸਾਨ ਨੂੰ ਲੱਗਦਾ ਕਿ ਉਹ ਉਹਨਾਂ ਦੀ ਕੰਪਨੀ ਦਾ ਇੱਕ EMPLOYE ਬਣ ਗਿਆ, ਉਹ ਉਹਨਾਂ ਦੀ ਕੰਪਨੀ ਨਾਲ ਜੁੜ ਕੇ ਉਹਨਾਂ ਦਾ ਇੱਕ ਡਿਸਟ੍ਰੀਬਿਊਟਰ ਬਣ ਗਿਆ ਕਿ ਜੋ ਕਿ ਇੱਕ ਪ੍ਰੋਡਕਟ ਉਹਨਾਂ ਦਾ ਜੋ ਅੱਗੇ ਦੀ ਅੱਗੇ ਵੇਚਦਾ ਹੈ। ਪਰ ਇੱਥੇ ਦਾਲ 'ਚ ਕੁਝ ਕਾਲਾ ਹੈ। ਅਸੀਂ ਉਸ ਕੰਪਨੀ ਦੇ ਪ੍ਰੋਡਕਟ ਵੇਚਣ ਲਈ ਉਹਨਾਂ ਦੇ ਡਿਸਟ੍ਰੀਬਿਊਟਰ ਨਹੀਂ ਬਣ ਰਹੇ, ਅਸੀਂ ਉਸ ਕੰਪਨੀ ਦੇ ਇੱਕ ਤਰ੍ਹਾਂ ਦੇ ਕਸਟਮਰ ਬਣ ਰਹੇ ਹਾਂ। ਸਾਨੂੰ ਮਜਬੂਰਨ ਉਹ ਕੰਪਨੀ ਸਾਡੇ ਆਪਣੇ ਪ੍ਰੋਡਕਟ ਲੈਣ ਲਈ ਮਜਬੂਰ ਕਰਦੀ ਹੈ, ਫਿਰ ਉਹ ਅੱਗੇ ਹੋਰ ਲੋਕਾਂ ਨੂੰ ਵੇਚਣ ਤੇ ਮਜਬੂਰ ਕਰਦੀ ਹੈ। ਉਹ ਜਿਹੜੇ ਹੋਰ ਲੋਕ ਜੁੜੇ ਹੁੰਦੇ ਉਹਨਾਂ ਨੂੰ ਅੱਗੇ ਹੋਰ ਲੋਕਾਂ ਨੂੰ ਵੇਚਣ ਤੇ ਮਜਬੂਰ ਕਰਦੀ ਆ। ਅਸਲ 'ਚ ਅਸੀਂ ਉਸ ਕੰਪਨੀ ਦੇ EMPLOYE ਨਹੀਂ ਆ, ਅਸੀਂ ਉਸ ਕੰਪਨੀ ਦੇ ਕਰਮਚਾਰੀ ਨਹੀਂ ਬਣ ਰਹੇ, ਅਸੀਂ ਉਸ ਕੰਪਨੀ ਦੇ ਕੰਜ਼ਿਊਮਰ ਬਣ ਰਹੇ ਹਾਂ, ਉਹਨਾਂ ਦੇ ਗ੍ਰਾਹਕ ਬਣ ਰਹੇ ਹਾਂ, ਜੋ ਕਿ ਅੱਗੇ ਦੀ ਅੱਗੇ ਖੁਦ ਵੀ ਪ੍ਰੋਡਕਟ ਖਰੀਦ ਰਹੇ ਆ ਤੇ ਦੂਜਿਆਂ ਨੂੰ ਵੀ ਖਰੀਦਣ ਤੇ ਮਜਬੂਰ ਕਰ ਰਹੇ ਆ। ਇਸ ਤਰ੍ਹਾਂ ਇਹ MLM ਸਿਸਟਮ ਜਾਂ ਜਿਹੜਾ ਮਲਟੀ ਲੈਵਲ ਮਾਰਕੀਟਿੰਗ ਕੰਮ ਕਰਦਾ ਹੈ। ਇਹਦਾ ਫੇਲੀਅਰ ਕਿਵੇਂ ਹੁੰਦਾ ਹੈ? ਅਸੀਂ ਕੁਝ ਪੈਸੇ ਲਾ ਕੇ ਪ੍ਰੋਡਕਟ ਖਰੀਦ ਲੈਂਦੇ ਆ, ਸਾਨੂੰ ਲੱਗਦਾ ਕਿ ਅਸੀਂ ਇਹ 3 ਲੋਕਾਂ ਨੂੰ ਵੇਚਣੇ ਆ, ਉਹ 3 ਲੋਕ ਸਾਡੇ ਤੋਂ ਖਰੀਦ ਲੈਂਦੇ ਨੇ
ਜਾਂ ਨਹੀਂ ਵੀ ਖਰੀਦਦੇ, ਅੱਗੇ ਦੀ ਅੱਗੇ ਕਿੰਨੀ ਸਕਸੈਸ ਮਿਲੇਗੀ ਇਹ ਹਰ ਇੱਕ ਬੰਦੇ ਤੇ ਡਿਪੈਂਡ ਕਰੇਗਾ। ਅਸਲ ਦੇ ਵਿੱਚ ਅਸੀਂ ਪਿਰਾਮਿਡ ਦੇ ਹੇਠਾਂ ਬੈਠੇ ਰਹਿੰਦੇ ਆ। ਇਨ ਕੇਸ ਉਹ ਲੋਕ ਅੱਗੇ ਹੋਰ ਲੋਕਾਂ ਨੂੰ ਪ੍ਰੋਡਕਟ ਵੇਚਣ 'ਚ ਕਾਮਯਾਬ ਨਹੀਂ ਹੁੰਦੇ ਤਾਂ ਸਾਨੂੰ ਇਹ ਚਾਂਸਾ ਦਿੱਤਾ ਜਾਂਦਾ, ਫਿਰ ਅੱਗੇ ਬੋਲਿਆ ਜਾਂਦਾ ਕਿ ਤੁਸੀਂ ਥੋੜੇ ਇਹ ਪ੍ਰੋਡਕਟ ਲਏ ਆ, ਤੁਸੀਂ ਇਹ ਪ੍ਰੋਡਕਟ ਛੱਡ ਕੇ ਫਲਾਣੇ ਪ੍ਰੋਡਕਟ ਸਾਡੀ ਕੰਪਨੀ ਦੇ ਲਓ, ਇਹਦੇ ਵਿੱਚ ਤੁਹਾਨੂੰ ਜ਼ਿਆਦਾ ਸਕਸੈਸ ਮਿਲੇਗੀ। ਇਸ ਤਰ੍ਹਾਂ ਕਰਕੇ ਹੋਰ ਪੈਸੇ ਕਢਵਾ ਲੈਂਦੇ ਆ। ਜਦੋਂ ਕੁਝ ਪੈਸਾ ਅਸੀਂ ਉਸ ਕੰਪਨੀ ਦੇ ਵਿੱਚ ਖਰਚ ਬੈਠਦੇ ਆ ਤਾਂ ਅਸੀਂ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦੇ ਆ। ਫਿਰ ਪਿੱਛੇ ਮੁੜਨ ਦੀ ਬਜਾਏ ਬੰਦਾ ਹੋਰ ਅੱਗੇ ਜਾਂਦਾ ਤੇ ਹੋਰ ਦੂਸਰਿਆਂ ਨੂੰ ਵੀ ਜਿਵੇਂ ਤੁਹਾਨੂੰ ਫਸਾਇਆ ਗਿਆ ਸੀ ਉਹ ਅੱਗੇ ਦੀ ਅੱਗੇ ਹੋਰ ਲੋਕਾਂ ਨੂੰ ਵੀ ਉਹ ਕੰਪਨੀਆਂ ਦੇ ਜਿਹੜੇ ਲਗਜ਼ਰੀ ਲਾਈਫ ਦੇ ਜਿਹੜੇ ਚਾਂਸੇ ਦਿਖਾ ਕੇ ਅੱਗੇ ਕੰਪਨੀਆਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਉਹ ਪ੍ਰੋਡਕਟ ਦੇਣ ਦੀ ਕੋਸ਼ਿਸ਼ ਕਰਦੇ ਆ। ਬੰਦੇ ਨੂੰ ਲੱਗਦਾ ਕਿ ਅੱਗੇ ਦੀ ਅੱਗੇ ਜੁੜਦੇ ਜਾਣਗੇ, ਪਰ ਜਦੋਂ ਲੋਕ ਅੱਗੇ ਨਹੀਂ ਖਰੀਦਦੇ, ਕਿਉਂਕਿ ਜੇ ਕੋਈ ਉਹਨਾਂ ਨਾਲ ਐਨਾਲਿਟਿਕ ਗੱਲ ਕਰਦਾ ਹੈ, ਜੇ ਉਹਨਾਂ ਨਾਲ ਕੋਈ ਤੱਥਾਂ ਤੇ ਗੱਲ ਕਰਦਾ ਹੈ ਕਿ ਵੀ ਅੱਗੇ ਲੋਕਾਂ ਨੇ ਨਾ ਖਰੀਦਿਆ ਤਾਂ ਤੁਹਾਡਾ ਪੈਸਾ ਵੇਸਟ ਜਾਏਗਾ, ਤਾਂ ਉਹਨਾਂ ਨੂੰ ਇਸ ਪੁਆਇੰਟ ਤੇ ਵੀ ਮੋਟੀਵੇਟ ਕੀਤਾ ਜਾਂਦਾ। ਉਹਨਾਂ ਨੂੰ ਕਿਹਾ ਜਾਂਦਾ ਆਪਣੀ ਲਾਈਫ ਦੇ ਵਿੱਚ ਸਿਰਫ ਤੁਸੀਂ ਪੋਜ਼ਿਟਿਵ ਲੋਕਾਂ ਨੂੰ ਹੀ ਰੱਖਣਾ, ਤੁਸੀਂ ਆਪਣੀ ਲਾਈਫ ਦੇ ਵਿੱਚੋਂ ਨੈਗੇਟਿਵ ਲੋਕ ਜੋ ਤੁਹਾਡੇ ਨਾਲ ਐਨਾਲਿਟਿਕ ਜਾਂ ਮਾੜੀਆਂ ਨੈਗੇਟਿਵ ਗੱਲਾਂ ਕਰਦੇ ਤੁਸੀਂ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚੋਂ ਕੱਢ ਦਿਓ। ਉਹ ਇਹਨਾਂ ਨੂੰ ਸਪੈਸ਼ਲ ਸੈਮੀਨਾਰ ਦਿੰਦੇ ਨੇ, ਸਪੈਸ਼ਲ ਉਹਨਾਂ ਦਾ ਮਾਈਂਡਸੈਟ ਜਿਹੜਾ ਤਿਆਰ ਕਰਦੇ ਨੇ। ਇਹਨਾਂ ਨਾਲ ਜੁੜੇ ਲੋਕਾਂ ਨੂੰ ਜੇਕਰ ਤੁਸੀਂ ਕਹੋਗੇ ਇਹ ਸਿਸਟਮ ਦੇ ਵਿੱਚ ਤੁਹਾਨੂੰ ਪੈਸਾ ਨਹੀਂ ਬਣੇਗਾ, ਅੱਗੇ ਲੋਕ ਨਹੀਂ ਖਰੀਦਣਗੇ, ਤੁਸੀਂ ਜੋ ਪੈਸੇ ਖਰਚੇ ਆ ਉਹ ਵੀ ਤੁਹਾਡੇ ਵੇਸਟ ਜਾਣਗੇ, ਤਾਂ ਉਹ ਤੁਹਾਨੂੰ ਇੱਕ ਨੈਗੇਟਿਵ ਜਾਂ ਤੁਹਾਨੂੰ ਇੱਕ ਫੇਲੀਅਰ ਮਾਈਂਡਸੈਟ ਵਾਲਾ ਬੰਦਾ ਕੰਸੀਡਰ ਕਰਕੇ ਤੁਹਾਡੇ ਤੋਂ ਦੂਰੀ ਬਣਾ ਲੈਣਗੇ। ਜਾਂ ਫਿਰ ਬਹੁਤ ਲੋਕਾਂ ਨੂੰ ਮੈਂ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੇ ਪਿੱਛੇ ਲੱਗ ਕੇ ਜਿਹੜਾ ਆਪਣੇ ਪਰਸਨਲ ਰਿਲੇਸ਼ਨ ਖਰਾਬ ਕਰਦੇ ਹੋਏ ਦੇਖਿਆ। ਕਿਉਂਕਿ ਤੁਸੀਂ ਕਿਸੇ ਬੰਦੇ ਨੂੰ ਪ੍ਰੋਡਕਟ ਖਰੀਦਣ ਤੇ ਮਜਬੂਰ ਕਰੋਗੇ, ਉਹ ਨਹੀਂ ਖਰੀਦਣਾ ਚਾਹੇਗਾ, ਤੁਸੀਂ ਉਹੀ ਉਹਨੂੰ ਆਪਣੀ ਨੈਗੇਟਿਵ ਲਿਸਟ 'ਚ ਪਾ ਲਓਗੇ ਜਾਂ ਉਹਦੇ ਨਾਲ ਆਪਣਾ ਰਿਲੇਸ਼ਨ ਖਰਾਬ ਕਰ ਲਓਗੇ। ਮੈਂ ਖੁਦ ਆਪਣੀ ਪਰਸਨਲ ਲਾਈਫ ਦੇ ਵਿੱਚ ਬੜੀਆਂ ਦੋਸਤੀਆਂ ਯਾਰੀਆਂ ਖਰਾਬ ਹੁੰਦੀਆਂ ਦੇਖੀਆਂ ਇਹਨਾਂ ਮਾਰਕੀਟਿੰਗ ਸਿਸਟਮਸ ਦੇ ਕਰਕੇ। ਤੇ ਇਹ ਬਹੁਤ ਵੱਡੇ ਲੈਵਲ ਤੇ ਇੰਡੀਆ ਦੇ ਵਿੱਚ ਫਰਾਡ ਚੱਲ ਰਿਹਾ, ਕਿਉਂਕਿ ਇੰਡੀਆ ਦੇ ਵਿੱਚ ਪਿਰਾਮਿਡ ਸਿਸਟਮ ਜੋ ਕਿ ਇੱਕ ਹੋਰ ਤਰ੍ਹਾਂ ਦਾ ਥੋੜਾ ਜਿਹਾ ਫਰਕ ਹੁੰਦਾ। ਪਿਰਾਮਿਡ ਸਿਸਟਮ ਇਹ ਵੀ ਇੱਕ ਮਾਰਕੀਟਿੰਗ ਦਾ ਸਿਸਟਮ ਹੈ, ਇਹ ਇੰਡੀਆ 'ਚ ਬੈਨ ਆ। ਇੰਡੀਆ ਦੇ ਵਿੱਚ ਸਿਰਫ MLM ਜਾਂ ਮਲਟੀ ਲੈਵਲ ਮਾਰਕੀਟਿੰਗ ਕੀਤੀ ਜਾ ਸਕਦੀ ਹੈ। ਪਿਰਾਮਿਡ ਸਿਸਟਮ ਦੇ ਵਿੱਚ ਕੀ ਹੁੰਦਾ, ਇਹ ਵੀ ਸੇਮ ਤਰ੍ਹਾਂ ਹੀ ਕੰਮ ਕਰਦਾ। ਇਹਦੇ ਵਿੱਚ ਵੀ ਅੱਗੇ ਬੰਦੇ ਜੋੜਨੇ ਹੁੰਦੇ ਆ, ਪਰ ਉਹਦੇ ਵਿੱਚ ਕੀ ਹੈ ਕਿ ਤੁਸੀਂ ਕੋਈ ਪ੍ਰੋਡਕਟ ਨਹੀਂ ਖਰੀਦਣਾ, ਤੁਸੀਂ ਸਿਰਫ ਕੁਝ ਪੈਸੇ ਦੇਣੇ ਹੁੰਦੇ। ਕੰਪਨੀ ਦੇ ਵਿੱਚ ਇੱਕ ਤਰ੍ਹਾਂ ਨਾਲ ਇਨਵੈਸਟ ਕਰਦੇ ਆ, ਤੁਸੀਂ ਕੁਝ ਲੋਕਾਂ ਨੂੰ ਜੋੜੋਗੇ, ਫਿਰ ਅੱਗੇ ਫਿਰ ਹੋਰ ਲੋਕਾਂ ਨੂੰ ਜੋੜਨਗੇ। ਜਿਹੜੇ ਲੋਕਾਂ ਨੂੰ ਤੁਸੀਂ ਜੋੜਿਆ ਉਹ ਵੀ ਕੁਝ ਕਮਿਸ਼ਨ ਦੇਣਗੇ ਜਾਂ ਕੁਝ ਪੈਸੇ ਦੇਣਗੇ, ਉਹਨਾਂ ਦਾ ਜੋ ਕਮਿਸ਼ਨ ਹੋਏਗਾ ਉਹਦੇ 'ਚ ਕੁਝ ਪਰਸੈਂਟੇਜ ਤੁਹਾਨੂੰ ਮਿਲੇਗੀ। ਇਹਦੇ ਵਿੱਚ ਕੋਈ ਪ੍ਰੋਡਕਟ ਨਹੀਂ ਵੇਚਣਾ ਹੁੰਦਾ, ਇਹਦੇ ਵਿੱਚ ਸਿਰਫ ਤੁਸੀਂ ਕੰਪਨੀ ਲਈ ਇੱਕ ਐਸਿਡ ਜਨਰੇਟ ਕਰ ਰਹੇ ਹੋ, ਉਹਨਾਂ ਨੂੰ ਸਿਰਫ ਪੈਸਾ ਦੇ ਰਹੇ ਹੋ ਤੇ ਜਿਹੜੇ ਲੋਕ ਹੋਰ ਉਸ ਕੰਪਨੀ ਨੂੰ ਪੈਸਾ ਦੇਣਗੇ ਉਹਦੇ ਵਿੱਚੋਂ ਤੁਹਾਨੂੰ ਕੁਝ ਕਮਿਸ਼ਨ ਦਿੱਤਾ ਜਾਏਗਾ। ਇਸ ਤਰ੍ਹਾਂ ਕਹਿ ਕੇ ਤੁਹਾਨੂੰ ਇਸ ਵਿੱਚ ਫਸਾਇਆ ਜਾਂਦਾ, ਪਰ ਹੁੰਦਾ ਇਹ ਹੈ ਕਿ ਸਿਰਫ ਤੁਸੀਂ ਪੈਸੇ ਦਿੰਦੇ ਹੋ, ਤੁਹਾਡੇ ਪਿੱਛੇ ਲੱਗ ਕੇ ਇੱਕ ਦੋ ਲੋਕ ਹੋਰ ਪੈਸੇ ਦਿੰਦੇ ਆ। ਉਸ ਤੋਂ ਜ਼ਿਆਦਾ ਇਹ ਮਾਰਕੀਟਿੰਗ ਜਿਹੜੀ ਆ ਅੱਗੇ ਸਕਸੈਸਫੁਲ ਨਹੀਂ ਹੋ ਪਾਉਂਦੀ। ਤੁਸੀਂ ਵੀ ਆਪਣੇ ਪੈਸੇ ਗਵਾ ਬੈਠਦੇ ਹੋ, ਆਪਣੇ 2-4 ਦੋਸਤਾਂ ਨੂੰ ਵੀ ਮਗਰ ਲਾ ਕੇ ਤੁਸੀਂ ਆਪਣੇ ਪੈਸੇ ਗਵਾ ਬੈਠਦੇ ਹੋ। ਤਾਂ ਇਹ ਜਿਹੜਾ ਪਿਰਾਮਿਡ ਸਿਸਟਮ ਹੈ ਇਹ ਵੀ ਇੰਡੀਆ ਦੇ ਵਿੱਚ ਬੈਨ ਹੈ, ਪਰ ਇਸੇ ਤਰ੍ਹਾਂ ਦਾ ਹੀ ਸਿਸਟਮ ਹੈ ਜਿਹੜਾ MLM ਜਾਂ ਰੈਫਰਲ ਮਾਰਕੀਟਿੰਗ, ਇਹ ਇੰਡੀਆ ਦੇ ਵਿੱਚ ਚਲਾਇਆ ਜਾਂਦਾ ਹੈ। ਇਹਨੂੰ ਅਸਲ ਦੇ ਵਿੱਚ ਇੱਕ ਕੰਪਨੀ ਦੀ ਸਕਸੈਸ ਵਾਸਤੇ ਇੱਕ ਚੰਗੇ ਕੰਮ ਲਈ ਤਿਆਰ ਕੀਤਾ ਗਿਆ ਸੀ, ਪਰ ਇੰਡੀਆ ਦੇ ਵਿੱਚ ਇਹਨੂੰ ਕੁਝ ਕੰਪਨੀਆਂ ਸ਼ਰੇਆਮ ਗਲਤ ਤੌਰ ਤੇ ਯੂਜ਼ ਕਰਦੀਆਂ, ਜਿਹਦੇ ਵਿੱਚ ਫਸ ਕੇ ਬਹੁਤ ਸਾਰੇ ਸੁਸਾਈਡ ਦੇ ਕੇਸ ਵੀ ਸਾਹਮਣੇ ਆਏ ਆ। ਬਹੁਤ ਲੋਕਾਂ ਨੇ ਲੋਨ ਲੈ ਕੇ ਵੀ ਇਹਨਾਂ ਕੰਪਨੀਆਂ ਨਾਲ ਜੁੜੇ ਆ। ਕੁਝ ਜਦੋਂ ਅੱਗੇ ਦੀ ਅੱਗੇ ਉਹਨਾਂ ਨੂੰ ਪ੍ਰੋਡਕਟ ਖਰੀਦਣ ਤੇ ਮਜਬੂਰ ਕੀਤਾ ਜਾਂਦਾ, ਅੱਗੇ ਦੀ ਅੱਗੇ ਵੇਚਣ ਤੇ ਮਜਬੂਰ ਕੀਤਾ ਜਾਂਦਾ। ਕਈਆਂ ਲੋਕਾਂ ਨੇ ਆਪਣੇ ਕ੍ਰੈਡਿਟ ਕਾਰਡ ਯੂਜ਼ ਕਰਕੇ ਲੋਨ ਲੈ ਕੇ ਅੱਗੇ ਦੀ ਅੱਗੇ ਫਸਦੇ ਚਲੇ ਗਏ, ਤਾਂ ਅਖੀਰ ਤੇ ਜਦੋਂ ਉਹਨਾਂ ਨੂੰ ਪੈਸਾ ਆਪਣਾ ਰਿਕਵਰ ਨਾ ਹੁੰਦਾ ਦਿਖਿਆ ਤਾਂ ਉਹ ਬਹੁਤ ਸਾਰੇ ਸੁਸਾਈਡ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਨੈਗੇਟਿਵ ਗੱਲਾਂ ਜੋ ਖਬਰਾਂ ਜੋ ਸਾਹਮਣੇ ਨਹੀਂ ਆਉਣ ਦਿੱਤੀਆਂ ਜਾਂਦੀਆਂ, ਕਿਉਂਕਿ ਬਿਗ ਫਿਸ਼ਿਸ ਹੁੰਦੀਆਂ, ਵੱਡੀਆਂ ਕੰਪਨੀਆਂ ਹੁੰਦੀਆਂ, ਖਬਰਾਂ ਇਹ ਸਾਹਮਣੇ ਵੀ ਨਹੀਂ ਆਉਣ ਦਿੰਦੀਆਂ। ਸੋ ਇਸ ਤਰ੍ਹਾਂ ਬਹੁਤ ਲੋਕਾਂ ਨੇ ਆਪਣਾ ਪੈਸਾ, ਸਮਾਂ ਤੇ ਆਪਣੀਆਂ ਜ਼ਿੰਦਗੀਆਂ ਖਰਾਬ ਕਰੀਆਂ ਇਹਨਾਂ ਕੰਪਨੀਆਂ ਦੇ ਨਾਲ ਜੁੜ ਕੇ। ਇੰਡੀਆ ਦੇ ਵਿੱਚ ਵੀ ਕੁਝ ਕੰਪਨੀਆਂ ਨੇ ਜਿਵੇਂ ਕਿ ਹਰਬਲ ਲਾਈਫ ਹੋ ਗਈ, ਐਮਵੇ ਹੋ ਗਿਆ, ਏਵੋਨ ਹੋ ਗਿਆ, ਪਰਫੈਕਟ ਲਾਈਫ ਹੋ ਗਈਆਂ, ਇਦਾਂ ਦੀਆਂ ਕੰਪਨੀਆਂ ਜੋ ਹੈ ਸ਼ਰੇਆਮ ਜੋ ਫਰਾਡ ਕਰ ਰਹੀਆਂ ਲੋਕਾਂ ਨਾਲ। ਸੋ ਇਹਨਾਂ ਤੋਂ ਬਚਣ ਦੀ ਲੋੜ ਆ, ਧਿਆਨ ਰੱਖਣ ਦੀ ਲੋੜ ਹੈ। ਕਦੇ ਵੀ ਲਾਈਫ ਦੇ ਵਿੱਚ ਕੋਈ ਸ਼ਾਰਟਕਟ ਨਹੀਂ ਹੈ, ਕਦੇ ਵੀ ਤੁਸੀਂ ਥੋੜੇ ਜਿਹੇ ਪੈਸੇ ਦੇ ਕੇ ਅਮੀਰ ਨਹੀਂ ਬਣ ਸਕਦੇ, ਕਿਉਂਕਿ ਇਸ ਤਰ੍ਹਾਂ ਦਾ ਕੋਈ ਸ਼ਾਰਟਕਟ ਲਾਈਫ ਦੇ ਵਿੱਚ ਜਾਂ ਕਿਤੇ ਵੀ ਵਰਲਡ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ। ਸਿਰਫ ਤੇ ਸਿਰਫ ਮਿਹਨਤ ਅਤੇ ਸਲੋ ਜਿਹੜਾ ਰੇਟ ਹੁੰਦਾ ਉਹੀ ਸਕਸੈਸ ਦਾ ਰਾਹ ਹੈ। ਇਹਨਾਂ ਦੇ ਝਾਂਸੇ 'ਚ ਨਾ ਫਸੋ, ਇਹਨਾਂ ਕੰਪਨੀਆਂ ਤੋਂ ਦੂਰ ਰਹੋ ਤੇ ਇਹ ਵੀਡੀਓ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਤਾਂ ਜੋ ਸਮਝ ਸਕਣ ਕਿ ਇਹ ਪੈਸਾ ਸਿਰਫ ਲੋਕਾਂ ਦੀਆਂ ਜੇਬਾਂ 'ਚੋਂ ਨਿਕਲ ਕੇ ਸਿਰਫ ਕੰਪਨੀ ਦੀ ਜੇਬ 'ਚ ਜਾਂਦਾ। ਇਹ ਨੈਟਵਰਕ ਮਾਰਕੀਟਿੰਗ ਦੇ ਵਿੱਚ ਅੱਜ ਤੱਕ ਤੁਹਾਨੂੰ ਕੋਈ ਵੀ ਸਕਸੈਸਫੁਲ ਬੰਦਾ ਨਹੀਂ ਮਿਲੇਗਾ। ਸੋ ਮਿਲਾਂਗੇ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਤਿ ਸ੍ਰੀ ਅਕਾਲ।